ਵਾਟ ਕੁਆੜ ਦਾ ਬਾਬਾ ਜੀ ਨੂੰ ਆਖੋ ਜੀ ਸਾਨੂੰ ਤਰਜਮਾ ਦੱਸਾਂ। ਵਾਟ ਆਂਦੇ ਨੇ ਸਫ਼ਰ, ਇੱਕ ਖਾਸ ਜਿਹੜਾ ਮਿੱਥਿਆ ਹੋਇਆ ਸਫ਼ਰ ਹੈ ਉਹਨੂੰ। ਅਜੀ ਇੱਥੋਂ ਕਿੰਨੀ ਕੁ ਵਾਟ ਤੇ ਮਤਲਬ ਗੁਜਰਾਂ ਵਾਲਾ ਬੇਅਦਬਾ ਮਕਸੂਦ ਨਹੀਂ ਹਾਸਲ ਤੇ ਨਾ ਦਰਗਾਹ ਢੋਈ। ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨੋਂ में उर्दू ਚ ਵੀ ਆਖਦੇ ਨੇ। ਵਾਹ ਵਾਹ। ਤੋ ਗੱਲ ਇਹ ਹੈ ਕਿ ਜਿਨ੍ਹਾਂ ਕੌਮਾਂ ਨੇ ਅਦਬ ਕਰਨਾ ਸਿੱਖ ਲਿਆ, ਹਾਂਜੀ, ਜਿਨ੍ਹਾਂ ਆਪਣੀ ਨਸਲ ਨੂੰ ਅਦਬ ਕਰਨਾ ਸਿਖਾ ਲਿਆ, ਉਹ ਦੁਨੀਆ ਤਰੱਕੀ ਕਰ ਗਈਆਂ ਨੇ। ਵੀ ਵਿਸਬੇ, ਹਾਂਜੀ, ਇਹਦਾ ਕੀ ਤਰਜਮਾ ਹੈ? ਵੀ ਜਿਹੜਾ ਨਾ ਵੀ ਪੁਰਾਣੇ ਜ਼ਮਾਨੇ 'ਚ ਜਿਹੜਾ ਗਿਣਨ ਦਾ ਜਾਂ ਕਿਸੇ ਪੈਸੇ ਗਿਣਨ ਦਾ ਨਾ ਇੱਕ ਤਰੀਕਾ ਸੀ, ਉਹ 20 'ਚ ਗਿਣਦੇ ਸਨ। ਪੁਰਾਣੀ ਰੂੜੀ ਕੋ ਸ਼ਾਲਾ ਭਾ ਨਾ ਲੱਗੇ। ਪੁਰਾਣੀ ਰੂੜੀ ਨੂੰ ਕਿਤੇ ਅੱਗ ਲੱਗ ਜਾਏ ਤੇ ਫੇਰ ਕਿਤੇ ਹਨੇਰੀ ਛੁੱਟ ਪਏ, ਇੱਕ ਤੇ ਉਹ ਚੂੰਕਿ ਬਹੁਤ ਜ਼ਿਆਦਾ ਬਰੀਕ ਹੋ ਗਈ ਹੁੰਦੀ ਹੈ, ਉਹਨੇ ਫਿਰ ਉੱਡ ਕੇ ਨਾ ਜਾ ਕੇ ਤੇ ਸੱਜੇ ਖੱਬੇ ਵੀ ਅੱਗ ਲਾਣੀ ਹੈ। ਕਈ ਪਰਾਏ ਹੱਥੀਂ ਸੋਹਣੀ ਲੱਗਦੀ। ਜਿਹੜੇ ਬੰਦੇ ਹੁੰਦੇ ਨੇ ਨਾ ਆਪ ਕੰਮ ਕਰਨ ਦੇ ਕਮਕੋਸ, ਜਿਹਨੂੰ ਪੰਜਾਬੀ ਚਾਹੁੰਦੇ ਹਾਂਜੀ, ਕਿ ਕਮਕੋਸ ਕਿਸਮ ਦੇ ਵੀ ਉਹਨਾਂ ਨੂੰ ਕੰਮ ਕਰਨਿਆਂ ਮੌਤ ਪੈਂਦੀ ਹੈ। ਬੇਰੀ ਬੇਰ ਤੇ ਕਣਕਾਂ ਢੇਰ। ਅਗਰ ਬੇਰੀਆਂ ਨੂੰ ਬੇਰ ਸਹੀ ਲੱਗੇ ਨੇ ਤੇ ਸਮਝ ਜਾਓਗੇ ਤੁਹਾਡੀ ਉਸ ਸਾਲ ਫਸਲ ਕਣਕ ਦੀ ਚੰਗੀ ਹੋਏਗੀ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਪਿਆਰਿਓ, ਸਾਡੀ ਇਹ ਬੇਨਤੀ ਏ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ, ਤਾਂ ਕਿ ਸਾਡੇ तमाम ਤਰ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਿਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਸਾਹਿਬੋ, ਅੱਜ ਅਲਹਮਦੁਲਿਲਾ ਸੁੰਮਾ ਅਲਹਮਦੁਲਿਲਾ, ਅੱਲਾਹ ਪਾਕ ਸੱਚੇ ਸਾਹਿਬ ਦੀ ਮਿਹਰ ਦੇ ਨਾਲ ਅੱਜ 20 ਰੋਜ਼ਾ ਹੈ। ਜੁਮਾਤੁਲ ਮੁਬਾਰਕ ਦਾ ਪਾਕੀਜ਼ਾ ਦਿਨ ਹੈ, ਰਮਜ਼ਾਨੁਲ ਮੁਬਾਰਕ ਦਾ ਮੁਕੱਦਸ ਮਹੀਨਾ ਹੈ ਤੇ ਪਿਆਰਿਓ, ਚੇਤਰ ਦੀ 7 ਤਰੀਕ ਹੈ। ਅੱਜ ਪਿਆਰਿਓ, ਸਾਡੇ ਉਹ ਮਿੱਤਰ ਜਿਹੜੇ ਪਹਿਲੇ ਮਾਸ਼ਾਅੱਲਾ 2 ਅਸ਼ਰਿਆਂ ਦੇ ਰੋਜ਼ੇ ਰੱਖ ਕੇ ਅੱਲਾਹ ਪਾਕ ਸੱਚੇ ਸਾਹਿਬ ਦੇ ਰਹਿਮਤਾਂ ਦੇ ਤੇ ਮਗਫਰਤਾਂ ਦੇ ਖਜ਼ਾਨੇ ਲੁੱਟ ਕੇ ਸੇਰ ਹੋ ਚੁੱਕੇ ਨੇ, ਉਹ ਹੁਣ ਅੱਜ ਰਾਤ ਇੱਕ ਤੇ ਇਤਕਾਫ ਬੈਠਣਗੇ, ਔਰ ਦੂਸਰਾ ਪਿਆਰਿਓ, ਅੱਲਾਹ ਪਾਕ ਦੇ ਉਹ ਪਾਰਸਾਤ ਨੇਕ ਬੰਦੇ ਆਖਰੀ ਅਸ਼ਰਾ ਜਿਹੜਾ ਹੈ ਰਮਜ਼ਾਨੁਲ ਮੁਬਾਰਕ ਦਾ, ਜਿਹਦੇ ਵਿੱਚ ਕਿ ਅੱਲਾਹ ਪਾਕ ਸੱਚੇ ਸਾਹਿਬ ਫਰਮਾਉਂਦੇ ਨੇ ਕਿ ਦੋਜ਼ਖ ਦੀ ਅੱਗ ਤੋਂ ਨਜਾਤ ਦਾ ਇਹ ਅਸ਼ਰਾ ਹੈ, ਔਰ ਸਾਡੇ ਸੱਚੇ ਨਬੀ ਪਾਕ ਫਰਮਾਇਆ ਕਿ ਮਗਫਰਤ ਦਾ ਇਹ ਖਾਸੁਲ ਖਾਸ ਅਸ਼ਰਾ ਹੈ। ਪਹਿਲਾ ਅਸ਼ਰਾ ਰਹਿਮਤ ਦਾ, ਦੂਸਰਾ ਮਗਫਰਤ ਦਾ, ਔਰ ਤੀਸਰਾ ਦੋਜ਼ਖ ਤੋਂ ਰਿਹਾਈ ਤੇ ਨਜਾਤ ਦਾ। ਅੱਜ ਪਿਆਰਿਓ, ਸਾਡੇ ਬਹੁਤ ਸਾਰੇ ਮੁਸਲਮਾਨ ਭੈਣਾਂ ਭਰਾ ਜਿਹੜੇ ਨੇ ਉਹ ਇਤਕਾਫ ਦੇ ਵਾਸਤੇ ਬੈਠਣਗੇ। ਇਤਕਾਫ ਅਰਬੀ ਜ਼ੁਬਾਨ ਦਾ ਲਫ਼ਜ਼ ਹੈ। ਇਹਦਾ ਮਤਲਬ ਤੇ ਇਹ ਹੁੰਦਾ ਕਿ ਠਹਿਰ ਜਾਣਾ, ਰੋਕ ਲੈਣਾ ਆਪਣੇ ਆਪ ਨੂੰ।
ਲੇਕਿਨ ਇਸਲਾਮੀ ਸ਼ਰੀਅਤ ਦੀ ਰੂਹ ਦੇ ਨਾਲ ਇਹ ਜਿਹੜਾ ਲਫ਼ਜ਼ ਹੈ ਇਹਦਾ ਤਰਜਮਾ ਇਹ ਹੁੰਦਾ ਹੈ ਕਿ ਰਮਜ਼ਾਨੁਲ ਮੁਬਾਰਕ ਦੇ ਆਖਰੀ 10 ਦਿਨ ਦੇ ਵਾਸਤੇ, ਆਖਰੀ ਅਸ਼ਰੇ ਦੇ ਵਾਸਤੇ ਅੱਲਾਹ ਪਾਕ ਸੱਚੇ ਸਾਹਿਬ ਦੀ ਰਜ਼ਾ ਜੋਈ ਦੇ ਲਈ, ਅੱਲਾਹ ਪਾਕ ਨੂੰ ਮਨਾਉਣ ਲਈ ਤੇ ਆਪਣੇ ਆਪ ਨੂੰ ਬਖਸ਼ਵਾਉਣ ਲਈ ਅੱਲਾਹ ਪਾਕ ਦੇ ਘਰ ਦੇ ਵਿੱਚ ਜਾ ਕੇ 10 ਦਿਨ ਦੇ ਵਾਸਤੇ ਦੁਨੀਆ ਵ ਮਾਫੀਹਾ ਤੋਂ ਕਤਾ ਤਾਲੁਕ ਕਰਕੇ ਤੇ ਬੈਠ ਜਾਣਾ, ਮੋਤਕਿਫ ਹੋ ਜਾਣਾ, ਆਪਣੇ ਆਪ ਨੂੰ ਰੋਕ ਲੈਣਾ, ਆਪਣੇ ਆਪ ਨੂੰ ਉਹ ਇਤਕਾਫ ਵਾਲੀ ਜਗ੍ਹਾ ਜਿੰਨਾ ਕੋ ਉਹ ਹਿਸਾਰ ਆਪਣਾ ਬਣਾਇਆ ਹੁੰਦਾ ਹੈ, ਜਿੱਥੇ ਬੈਠ ਕੇ ਮੋਤਕਿਫ ਸਾਡੇ ਹਜ਼ਰਾਤ ਇਤਕਾਫ ਕਰਦੇ ਨੇ, ਉੱਥੋਂ ਤੱਕ ਮਹਦੂਦ ਕਰ ਲੈਂਦੇ ਨੇ। ਹਵਾਇਜ ਜ਼ਰੂਰੀਆਂ ਦੇ ਵਾਸਤੇ ਉੱਠਦੇ ਬੈਠਦੇ ਨੇ, ਲੇਕਿਨ ਆਪਣਾ ਜ਼ਿਆਦਾ ਵਕਤ ਜਿਹੜਾ ਨਾ ਜੀ ਉਹ ਅੱਲਾਹ ਪਾਕ ਨੂੰ ਰਿਝਾਨ, ਉਹਨੂੰ ਮਨਾਉਣ ਤੇ ਉਹਦੀ ਇਬਾਦਤ ਕਰਨ ਦੇ ਵਿੱਚ ਸਰਫ ਕਰਦੇ ਨੇ, ਔਰ ਆਪਣੇ ਆਪ ਨੂੰ ਅੱਲਾਹ ਦੇ ਘਰ ਤੱਕ ਇਸ ਪਾਕ ਕੰਮ ਦੇ ਵਾਸਤੇ ਰੋਕ ਲੈਂਦੇ ਨੇ। ਇਹਨੂੰ ਇਤਕਾਫ ਬੈਠਣਾ ਜਾਂ ਇਤਕਾਫ ਕਰਨਾ ਆਖਿਆ ਜਾਂਦਾ ਹੈ। ਪਿਆਰਿਓ, ਪਿਆਰੇ ਨਬੀ ਪਾਕ ਸੱਚੇ ਸਾਹਿਬ ਦੀ ਇਹ ਬੜੀ ਮਰਗੂਬ, ਬੜੀ ਪਸੰਦੀਦਾ ਤੇ ਮੁਸਤਕਿਲ ਸੁਨਨਤ ਸੀ। ਨਬੀ ਪਾਕ ਸੱਚੇ ਸਾਹਿਬ ਦੇ ਬਾਰੇ तमाम ਸੁਹਾਬਾਏ ਕਿਬਾਰ ਲਿਖਦੇ ਨੇ, ਇਮਾਮ ਜ਼ੁਹਰੀ ਲਿਖਦੇ ਨੇ, ਹਜ਼ਰਤ ਆਇਸ਼ਾ ਫਰਮਾਂਦੀਆਂ ਨੇ, ਹਜ਼ਰਤ ਅਬੂ ਹੁਰੈਰਾ ਦਾ ਇਹ ਇਰਸ਼ਾਦ ਹੈ ਕਿ ਆਪ ਸੱਚੇ ਸਾਹਿਬ ਹਿਜਰਤ ਕਰਕੇ ਮਦੀਨਾ ਸ਼ਰੀਫ अपड़न तो बाद अपने विसाल तक आपने मुसलसल एतकाफ बैठे, नागा नहीं आपने फरमाया ते आपने मुसलसल एतकाफ कीता। बल्कि जिहड़ा आखिरी साल सी आप दी मुबारक हयाती दा, उस आखिरी वरे दे विच आपने 20 दिन दा एतकाफ कीता। कुछ मुफस्सरीन किराम साडे उलमाए हसना ਉਹ ਇਹ ਲਿਖਦੇ ਨੇ ਕਿ ਨਬੀ ਪਾਕ ਸੱਚੇ ਸਾਹਿਬ ਦੇ ਉੱਤੇ ਚੂੰਕਿ ਮੁਨਕਸ਼ਿਫ ਹੋ ਗਿਆ ਸੀ, ਆਪ ਸਰਕਾਰ ਨੂੰ ਪਤਾ ਲੱਗ ਗਿਆ ਸੀ ਕਿ ਇਹ ਉਹਨਾਂ ਦਾ ਆਖਰੀ ਇਤਕਾਫ ਹੈ ਤੇ ਉਹਨਾਂ ਦੀ ਮੁਬਾਰਕ ਹਯਾਤੀ ਦਾ ਆਖਰੀ ਵਰਾ ਹੈ, ਇਸ ਵਾਸਤੇ ਸੱਚੇ ਸਾਹਿਬ ਨੇ ਆਪਣੇ ਅੱਲਾਹ ਪਾਕ ਨੂੰ ਜ਼ਿਆਦਾ ਤੋਂ ਜ਼ਿਆਦਾ ਮਨਾਉਣ ਲਈ, ਜ਼ਿਆਦਾ ਤੋਂ ਜ਼ਿਆਦਾ ਉਹਦਾ ਸ਼ੁਕਰਗੁਜ਼ਾਰ ਬੰਦਾ ਬਣਨ ਦੇ ਵਾਸਤੇ, ਜ਼ਿਆਦਾ ਤੋਂ ਜ਼ਿਆਦਾ ਆਪਣੇ ਸਾਹਿਬ ਦੀ ਇਬਾਦਤ ਕਰਨ ਦੇ ਵਾਸਤੇ ਆਪਣੀ ਮੁਬਾਰਕ ਹਯਾਤੀ ਦੇ ਆਖਰੀ ਵਰੇ 20 ਰੋਜ਼ਾ ਯਾਨੀ 20 ਦਿਹਾੜਿਆਂ ਦਾ ਇਤਕਾਫ ਕੀਤਾ। ਲੇਕਿਨ ਕੁਝ ਇਹ ਵੀ ਫਰਮਾਉਂਦੇ ਨੇ ਕਿ ਚੂੰਕਿ ਆਖਰੀ ਵਰੇ ਤੋਂ ਜਿਹੜਾ ਪਿਛਲਾ ਸਾਲ ਸੀ, ਉਦੋਂ ਇੱਕ ਸਫ਼ਰ ਦੀ ਵਜ੍ਹਾ ਤੋਂ ਸੱਚੇ ਸਾਹਿਬ ਸਾਡੇ ਪਿਆਰੇ ਨਬੀ ਪਾਕ ਇਤਕਾਫ ਨਹੀਂ ਸਨ ਬੈਠ ਸਕੇ, ਇਸ ਲਈ ਉਹਨਾਂ ਨੇ ਫਿਰ ਉਹਦੀ ਉਹ ਜਿਹੜੀ ਨਾਗਾ ਹੋ ਗਿਆ ਸੀ ਉਹ ਨਾਗਾ ਪੂਰਾ ਕੀਤਾ, ਉਹ ਕਮੀ ਪੂਰੀ ਕੀਤੀ, ਔਰ ਆਖਰੀ ਆਪ ਦੀ ਮੁਬਾਰਕ ਹਯਾਤੀ ਦਾ ਜਿਹੜਾ ਵਰਾ ਸੀ ਉਦੋਂ ਆਪ ਨੇ 20 ਰੋਜ਼ਾ ਇਤਕਾਫ ਕੀਤਾ। ਯਾਨੀ ਆਪ ਜੀ ਦੀ ਇੱਕ ਐਸੀ ਸੁਨਨਤ ਹੈ ਜਿਹੜੀ ਕਿ ਮੁਸਤਕਿਲ ਆਪ ਨੇ ਅਪਣਾਏ ਰੱਖੀ, ਇਹਨੂੰ ਤਰਕ ਨਹੀਂ ਕੀਤਾ। ਆਪ ਜੀ ਦੀਆਂ ਬਾਜ਼ ਦੀਗਰ ਐਸੀਆਂ ਸੁਨਨਤਾਂ ਵੀ ਹੈ ਨੇ ਜਿਹੜੀਆਂ ਕਦੀ ਕਦਾਰ ਆਪ ਜੀ ਨੇ ਆਪੋਂ ਤਰਕ ਵੀ ਕੀਤੀਆਂ, ਲੇਕਿਨ ਇਤਕਾਫ ਬੈਠਣਾ ਆਪਣੀ ਮੁਬਾਰਕ ਹਯਾਤੀ ਦੇ ਵਿੱਚ ਆਪ ਜੀ ਨੇ ਇੱਕ ਵਾਰੀ ਵੀ ਨਹੀਂ ਛੱਡਿਆ। ਪਿਆਰਿਓ, ਇੱਕ ਅੱਲਾਹ ਪਾਕ ਦੇ ਦਰਵੇਸ਼ ਸੂਫੀ, ਉਹਨਾਂ ਨੇ ਬੜੀ ਹੀ ਪਿਆਰੀ ਗੱਲ ਕੀਤੀ। ਉਹਨਾਂ ਆਖਿਆ ਕਿ ਇਤਕਾਫ ਦੀ ਤੇ ਇੰਜ ਮਿਸਾਲ ਹੈ ਕਿ ਜਿਵੇਂ ਬੰਦਾ ਜਾ ਕੇ ਕੋਈ ਮੰਜ਼ਲੇ ਮਕਸੂਦ ਤੇ ਅਪੜਨ ਲਈ ਜਾਂ ਆਪਣਾ ਕੋਈ ਮਕਸੂਦ ਹਾਸਲ ਕਰਨ ਲਈ ਜਾਂ ਆਪਣੀ ਕੋਈ ਮੁਰਾਦ ਪਾਉਣ ਲਈ ਬੰਦਾ ਕਿਸੇ ਦੇ ਬੂਹੇ ਤੇ ਕਿਸੇ ਦੇ ਦਰ ਤੇ ਜਾ ਕੇ ਬਹਿ ਜਾਂਦਾ ਹੈ ਤੇ ਆਖਦਾ ਹੈ, ਲਓ ਜੀ ਭਾਜੀ ਮੈਂ ਹੁਣ ਆ ਕੇ ਇੱਥੇ ਬਹਿ ਗਿਆ, ਮੇਰੀ ਝੋਲੀ ਭਰੋਗੇ ਤੇ ਮੈਂ ਫੇਰ ਹੀ ਇੱਥੋਂ ਉੱਠਣਾ ਜੇ। ਯਾਨੀ ਦੁਨੀਆ 'ਚ ਜਿਵੇਂ ਅਸੀਂ ਕਿਸੇ ਦੇ ਬੂਹੇ ਜਾ ਬਹਿਨੇ ਆ ਨਾ ਕਿ ਲਓ ਜੀ ਅਸੀਂ ਤੁਹਾਡੇ ਬੂਹੇ ਆ ਕੇ ਬਹਿ ਗਏ ਆ ਹੁਣ ਪਥਲਾ ਮਾਰ ਕੇ, ਤੇ ਹੁਣ ਅਸਾਂ ਇੱਥੋਂ ਉਦੋਂ ਹੀ ਜਾਣਾ ਹੈ ਜਦੋਂ ਸਾਡੀ ਗੱਲ ਮੰਨੋਗੇ। ਕਿਸੇ ਰੁੱਸੇ ਨੂੰ ਮਸਲਨ ਮਨਾਉਣ ਲਈ ਅਸੀਂ ਜਾ ਕੇ ਉਹਦੇ ਬੂਹੇ ਦੇ ਅੱਗੇ ਡੇਰਾ ਹੀ ਲਾ ਲੈਂਦੇ ਹਾਂ, ਪਥੱਲਾ ਹੀ ਮਾਰ ਲੈਂਦੇ ਹਾਂ।
ਇਸੇ ਤਰ੍ਹਾਂ ਹੀ ਪਿਆਰਿਓ ਉਸ ਅੱਲਾਹ ਪਾਕ ਦੇ ਪਿਆਰੇ ਬੰਦੇ ਨੇ ਉਹਨਾਂ ਨੇ ਫਰਮਾਇਆ ਕਿ ਇਤਕਾਫ ਦੀ ਵੀ ਐਨ ਹੀ ਸਜਵੀਂ ਉਹੀ ਸੂਰਤ ਹਾਲ ਹੈ ਕਿ ਅੱਲਾਹ ਪਾਕ ਦਾ ਬੰਦਾ ਆਪਣੇ ਪਾਪ ਬਖਸ਼ਵਾਉਣ ਲਈ, ਆਪਣੇ ਰੱਬ ਨੂੰ ਮਨਾਉਣ ਲਈ, ਰਿਝਾਉਣ ਲਈ ਜਾ ਕੇ ਅੱਲਾਹ ਪਾਕ ਦੇ ਬੂਹੇ ਬਹਿ ਜਾਂਦਾ ਜ਼ਮੀਨ ਤੇ ਨਿੱਠ ਕੇ। ਇਸ ਕਦਰ ਫਿਰ ਇਬਾਦਤ ਕਰਦਾ ਹੈ, ਜ਼ਿਕਰੋ ਅਜ਼ਕਾਰ ਕਰਦਾ ਹੈ ਔਰ ਔਰਾਦੋ ਵਜ਼ਾਇਫ ਪੜ੍ਹਦਾ ਹੈ। ਤਰਲਾ ਇੱਕੋ ਹੀ ਲੈਂਦਾ ਹੈ ਕਿ ਮੈਨੂੰ ਮਾਫ ਕਰ ਦਿਓ ਤੇ ਮੇਰੇ ਤੇ ਅੱਲਾਹ ਪਾਕ ਰਾਜ਼ੀ ਹੋ ਜਾਓ। ਪਿਆਰਿਓ, ਕਿਸ ਕਦਰ ਫਜ਼ੀਲਤ ਵਾਲੀ ਇਹ ਸੁन्नत ਹੈ ਔਰ ਕਿਸ ਕਦਰ ਪਾਕੀਜ਼ਾ ਅਮਲ ਹੈ। ਜਿਵੇਂ ਰੋਜ਼ੇ, ਅੱਲਾਹ ਪਾਕ ਫਰਮਾਉਂਦੇ ਨੇ ਕੁਰਾਨ ਪਾਕ ਦੇ ਵਿੱਚ ਕਿ ਮੈਂ ਤੁਹਾਡੇ ਤੋਂ ਪਹਿਲੀਆਂ ਉਮਤਾਂ ਦੇ ਉੱਤੇ ਵੀ ਉਤਾਰੇ ਤੇ ਮੋਮਿਨੀਨ ਮੁਸਲਮਾਨੋ ਤੁਸੀਂ ਵੀ ਰੋਜ਼ੇ ਰੱਖੋ। ਇਹ ਤੁਹਾਡੇ ਤੋਂ ਪਹਿਲੀਆਂ ਉਮਤਾਂ ਤੇ ਵੀ ਫਰਜ਼ ਸਨ ਤੇ ਤੁਹਾਡੇ ਤੇ ਵੀ ਫਰਜ਼ ਨੇ। ਪਿਆਰਿਓ, ਇਸੇ ਤਰ੍ਹਾਂ ਹੀ ਕੁਰਾਨ ਪਾਕ ਦੇ ਵਿੱਚ ਅੱਲਾਹ ਪਾਕ ਸੱਚੇ ਸਾਹਿਬ ਹਜ਼ਰਤ ਇਬਰਾਹੀਮ ਅਲੈਹਿਸਲਾਮ ਤੇ ਹਜ਼ਰਤ ਇਸਮਾਈਲ ਅਲੈਹਿਸਲਾਮ ਨੂੰ ਵੀ ਇਰਸ਼ਾਦ ਪੈ ਫਰਮਾਉਂਦੇ ਨੇ ਜਦੋਂ ਉਹਨਾਂ ਨੇ ਖਾਨਾ ਕਾਬਾ ਦੀ ਤਾਮੀਰ ਕੀਤੀ ਕਿ ਮੇਰੇ ਇਸ ਘਰ ਨੂੰ ਨਮਾਜ਼ ਪੜਨ ਵਾਲੇ ਨਮਾਜ਼ੀਆਂ ਦੇ ਵਾਸਤੇ, ਤਵਾਫ ਕਰਨ ਵਾਲਿਆਂ ਦੇ ਵਾਸਤੇ ਔਰ ਇਤਕਾਫ ਬੈਠਣ ਵਾਲਿਆਂ ਦੇ ਵਾਸਤੇ ਪਾਕ ਤੇ ਸਾਫ਼ ਕਰਕੇ ਰੱਖੋ। ਯਾਨੀ ਵੇਖੋ ਨਾ, ਹਜ਼ਰਤ ਇਬਰਾਹੀਮ ਖਲੀਲੁल्लाह ਔਰ ਹਜ਼ਰਤ ਇਸਮਾਈਲ ਜ਼ਬੀਹੁल्लाह, ਉਹਨਾਂ ਨੂੰ ਵੀ ਕੁਰਾਨ ਪਾਕ ਦੇ ਵਿੱਚ ਇਤਕਾਫ ਬਾਰੇ ਆਖਿਆ ਜਾ ਰਿਹਾ ਹੈ ਕਿ ਇੱਥੇ ਇਤਕਾਫ ਬਹਿਣ ਲਈ, ਮੋਤਕਿਫ ਹੋਣ ਲਈ ਜਿਹੜੇ ਮੇਰੇ ਬੰਦੇ ਆਉਂਦੇ ਨੇ ਉਹਨਾਂ ਦੇ ਵੀ ਆਰਾਮ ਦਾ, ਸਫਾਈ ਸੁਥਰਾਈ ਦਾ ਧਿਆਨ ਕਰੋ ਅੱਲਾਹ ਪਾਕ ਦੇ ਘਰ ਆ ਕੇ, ਤਾਂ ਕਿ ਲੋਕੀ ਇਤਕਾਫ ਬੈਠਣ। ਅੱਲਾਹ ਪਾਕ ਸੱਚਾ ਸਾਹਿਬ ਸਾਡੀਆਂ ਨਮਾਜ਼ਾਂ, ਸਾਡੇ ਰੋਜ਼ੇ, ਸਾਡੀਆਂ ਮਿੰਨਤਾਂ, ਸਾਡੇ ਤਰਲੇ ਅੱਲਾਹ ਪਾਕ ਕਬੂਲ ਫਰਮਾਏ ਔਰ ਸਾਡੇ ਜਿਹੜੇ ਭੈਣਾਂ ਭਾਈ ਅੱਜ ਇਤਕਾਫ ਦੇ ਵਿੱਚ ਬੈਠ ਰਹੇ ਨੇ, ਅੱਲਾਹ ਪਾਕ ਉਹਨਾਂ ਦੇ ਉੱਤੇ ਵੀ ਆਪਣੀਆਂ ਖਸੂਸੀ ਸ਼ਫਕਤਾਂ, ਰਹਿਮਤਾਂ ਤੇ ਮਿਹਰਬਾਨੀਆਂ ਕਰੇ। ਪਿਆਰਿਓ, ਆਓ ਚਲੀਏ ਤੁਹਾਨੂੰ ਨਾਲ ਲੈ ਕੇ ਹੁਣ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। अस्सलामुअलैकुम जनाब बाजवा साहब जी। बिस्मिल्लाह डॉक्टर साहब, खैरियां हो जी, खैरियां हो जनाब, की हाल चाल है? अल्लाह पाक दा एहसान जनाब, बड़ी तुहाडी मेहरबानी। अच्छा मेरी सरकार, साडे कि ना जी परमानेंट व्यूअर ने डॉक्टर अब्दुल रऊफ सादक साहब जी जी जी, ਉਹਨਾਂ ਨੇ ਜਨਾਬ ਆਖਿਆ ਕਿ ਇੱਕ ਲਫ਼ਜ਼ ਹੈ ਵਾਟ ਕਵਾਟ, ਜਿਵੇਂ ਵੇਲਾ ਕਵੇਲਾ ਹੁੰਦਾ ਪੰਜਾਬੀ। ਹਾਂਜੀ ਹਾਂਜੀ, ਉਹ ਆਂਦੇ ਨੇ ਵਾਟ ਕੁਆਟ ਦਾ ਬਾਬਾ ਜੀ ਨੂੰ ਆਖੋ ਜੀ ਸਾਨੂੰ ਤਰਜਮਾ ਦੱਸੋ। ਵਾਟ ਆਂਦੇ ਨੇ ਸਫ਼ਰ, ਇੱਕ ਖਾਸ ਜਿਹੜਾ ਮਿੱਥਿਆ ਹੋਇਆ ਸਫ਼ਰ ਹੈ ਉਹਨੂੰ। ਹਾਂਜੀ, ਇੱਥੋਂ ਕਿੰਨੀ ਕੁ ਵਾਟ ਤੇ ਮਤਲਬ ਗੁਜਰਾਂ ਵਾਲਾ। ਠੀਕ ਹੈ ਜੀ। ਅੱਛਾ, ਹੁਣ ਵਾਟ ਤੇ ਹੋ ਗਈ ਜਿਹੜਾ ਸੜਕੇ ਸੜਕੇ ਜਾਣਾ ਸਿੱਧਾ ਰਾਹ, ਹਾਂ, ਤੇ ਕਵਾਟ ਉਹ ਹੈ ਜਿਹੜਾ ਡਿੰਗੇ ਰਾਹ ਤੋਂ ਦੀ ਪੈ ਕੇ ਜਾਏ ਤੇ ਉੱਥੇ ਹੀ, ਲੇਕਿਨ ਉਹ ਜਿਹੜਾ ਰਸਤਾ ਸਿੱਧਾ ਹੈ ਉਹਦੇ ਤੋਂ ਦੀ ਜਾਏ ਤੇ ਵਿੱਚ ਵਾਟ ਹੈ। ਤੇ ਜੇ ਕਵਾਟ ਜਾਣ ਕੇ ਕਿਸੇ ਹੋਰ ਪਾਸੇ ਪੈ ਜੇ ਤੇ ਫਿਰ ਖੱਜਲ ਖੁਆਰ ਹੋਣਾ ਤੂੰ। ਤੇ ਉਹ ਫਿਰ ਆਂਦੇ ਨੇ ਯਾਰ ਤੂੰ ਸਿੱਧੇ ਆਪਣਾ ਹੀ, ਤੂੰ ਵਾਟ ਕਵਾਟ ਹੀ ਨਹੀਂ ਵੇਂਦਾ। ਇਹ ਪੰਜਾਬੀ ਦਾ ਮੁਹਾਵਰਾ ਜੀ। ਜਿਵੇਂ ਅੱਜ ਕੱਲ ਬਾਜਵਾ ਸਾਹਿਬ ਸਾਡੀ ਹਰ ਸੜਕ ਬਣਨ ਡਈ ਏ, ਹਾਂਜੀ, ਤੇ ਉਹ ਸਿੱਧੇ ਰਾਹ ਜਾਇਆ ਨਹੀਂ ਜਾਂਦਾ ਤੇ ਫਿਰ ਕੁਆਟੇ ਜਾਣਾ ਪੈਂਦਾ। ਹਾਂਜੀ ਹਾਂਜੀ। ਅੱਛਾ ਜਨਾਬ, ਇਹ ਹੀ ਸਾਡੇ ਭਾਈ ਜਿਹੜੇ ਨੇ ਡਾਕਟਰ ਅਬਦੁਲ ਰਊਫ ਸਾਦਕ ਸਾਹਿਬ, ਇਹਨਾਂ ਸਾਰੇ ਇੱਕ ਅਖਾਨ ਵੀ ਭਿਜਵਾਇਆ ਔਰ ਉਹ ਇਹ ਵੇ ਜੀ ਕਿ ਬੇਅਦਬਾ ਮਕਸੂਦ ਨਹੀਂ ਹਾਸਲ ਤੇ ਨਾ ਦਰਗਾਹ ਢੋਈ। ਹਾਂਜੀ, ਇਹਦੇ ਚ ਜਿਹੜਾ ਨਾ ਜੀ ਅਦਬ ਜਿਹੜਾ ਉਹਦੀ ਗੱਲ ਕੀਤੀ ਗਈ ਹੈ ਕਿ ਅਦਬ ਕਰਨ ਵਾਲੇ ਲੋਕ ਜਿਹੜੇ ਨੇ ਨਾ ਜੀ, ਵੱਡਿਆਂ ਦਾ ਮਤਲਬ ਅਦਬ ਤੋਂ ਮੁਰਾਦ ਹੈ ਇਹ ਇਤਰਾਮ। ਹਾਂਜੀ, ਆਦਰ ਉਹਨਾਂ ਤੋਂ, ਆਪਣੇ ਤੋਂ ਵੱਡਿਆਂ ਦਾ, ਤੇ ਉਹਨਾਂ ਦਾ ਜਿਹੜੇ ਅਦਬ ਕਰਨ ਵਾਲੇ ਲੋਕ ਨੇ ਨਾ ਜੀ, ਉਹਨਾਂ ਦੇ ਰੱਬ ਵੀ ਰਾਜ਼ੀ ਹੁੰਦਾ ਹੈ। ਹਾਂਜੀ, ਔਰ ਜਿਹੜੇ ਬੰਦੇ ਬੇਅਦਬ ਨੇ ਉਹਨਾਂ ਨੂੰ ਜ਼ਿੰਦਗੀ ਦਾ ਜਿਹੜਾ ਉਹਨਾਂ ਦਾ ਮਿੱਥਿਆ ਟੀਚਾ ਹੈ ਜਾਂ ਮਿੱਠੀ ਮੰਜ਼ਿਲ ਹੈ ਉਹ ਕਦੀ ਨਹੀਂ ਨਸੀਬ ਹੁੰਦੀ। ਵਾਹ ਵਾਹ। ਇਹ ਨਾ ਉਹਨਾਂ ਨੂੰ ਮਕਸੂਦ ਦਾ ਮਤਲਬ ਹੈ ਤੁਹਾਡਾ ਜਿਹੜਾ ਤੁਹਾਡਾ ਮਕਸਦ ਹੈ ਉਹ ਪੂਰਾ ਕਦੀ ਨਹੀਂ ਹੋ ਸਕਦਾ। ਵਾਹ ਵਾਹ। ਤੇ ਨਾ ਦਰਗਾਹੇ ਢੋਈ,
ਤੇ ਖੁਦਾ ਦੀ ਦਰਗਾਹ ਵੀ ਜਿਹੜੀ ਹੈ ਨਾ ਉੱਥੇ ਵੀ ਢੋਈ ਨਹੀਂ ਹੋਣੀ। ਢੋਈ ਦਾ ਮਤਲਬ ਹੈ ਇੱਜ਼ਤ ਅਫਜ਼ਾਈ ਜਾਂ ਮਤਲਬ ਹੈ ਕਿ ਤੁਹਾਨੂੰ ਕੁਝ ਆਉਂਦਿਆਂ ਜੀ ਆਇਆਂ ਨੂੰ ਆਖੇ। ਹਾਂਜੀ, ਉੱਥੇ ਵੀ ਨਹੀਂ ਕਿਸੇ ਆਖਣਾ। तो अदब पहला करीना है, मोहब्बत के करीनों में उर्दू च भी आखते हैं। तो गल ये है कि जिन्ना कौमां ने अदब करना सीख लिया, हैं जी, जिन्ना अपनी नस्ल नूं अदब करना सिखा लिया, वो दुनिया तरक्की कर गई हैं। ते ਜਿਹੜੀਆਂ ਕੌਮਾਂ ਮਤਲਬ ਜਿਸ ਤਰ੍ਹਾਂ ਸਾਡੀ ਕੌਮ ਹੈ, ਇੱਥੇ ਅਦਬ ਅਦਾਬ ਤੇ ਇੱਥੇ ਅਖਲਾਕੀਆਤ ਦਾ ਮਜ਼ਮੂਨ ਹੀ ਕੋਈ ਨਹੀਂ। ਹਾਂਜੀ, ਐਥਿਕਸ ਦਾ ਅਖਲਾਕੀਆਤ ਦਾ ਸਬਜੈਕਟ ਹੀ ਹੈ ਨਹੀਂ, ਸਬਜੈਕਟ ਹੈ। ਔਰ ਕਿਸੇ ਕਿਤਾਬਾਂ ਦੇ ਵਿੱਚ ਵੀ ਤੁਸੀਂ ਫੋਲ ਕੇ ਵੇਖ ਲਓ, ਡੈਫੋਡਿਲ ਤੇ ਸਟਰਾਬੇਰੀ ਤੇ ਉਰਲ ਪਰਲ ਦੀਆਂ ਫਜ਼ੂਲ ਅੰਗਰੇਜ਼ੀ ਕਹਾਣੀਆਂ ਜਿਨ੍ਹਾਂ ਦਾ ਕੋਈ ਸਾਡੀ ਜ਼ਿੰਦਗੀ ਨਾਲ ਲੈਣ ਦੇਣ ਨਹੀਂ, ਹਾਂਜੀ, ਉਹ ਵਿੱਚ ਠੋਕੀਆਂ ਨੇ। ਹਾਂਜੀ, ਉਹਨਾਂ ਤੇ ਇਹ ਚਾਹੀਦਾ ਸੀ ਕਿ ਚੰਗੀਆਂ ਮਸਾਲੀ ਕਹਾਣੀਆਂ ਜਿਹੜੀਆਂ ਬੰਦੇ ਨੂੰ ਅਖਲਾਕ ਸਿਖਾਉਣ, ਹਾਂਜੀ, ਅੱਛਾ, ਬੰਦੇ ਨੂੰ ਸੁਥਰਾ ਜੀਵਨ ਗੁਜ਼ਾਰਨ, ਵੱਡੇ ਛੋਟੇ ਦਾ ਅਦਬ ਆਦਰ ਕਰਨ ਸਿਖਾਉਣ, ਅਸੀਂ ਉਹ ਸਿਖਾਈਏ। ਐਜੂਕੇਸ਼ਨ ਤੇ ਇਹਦਾ ਨਾਂ ਹੈ ਨਾ। ਤੇ ਨਿਰਾ ਅਗਰ ਤੁਸੀਂ ਉਹ ਅੰਗਰੇਜ਼ੀ ਦੀਆਂ ਕੋਈ 2-4 ਕਹਾਣੀਆਂ ਅੱਗਾ ਪਿੱਛਾ ਲਿਖ ਕੇ ਤੋਤੇ ਅੰਗਰ ਉਹ ਰੱਟ ਵੀ ਲੈਣਗੇ, ਉਹ ਤੁਹਾਡੀ ਜ਼ਿੰਦਗੀ ਨਾਲ ਉਹਨਾਂ ਦਾ ਤਲਕ ਹੀ ਕੋਈ ਨਹੀਂ। ਹਾਂਜੀ, ਤੋ ਸਾਨੂੰ ਬਾਕਾਇਦਾ ਜਿਵੇਂ ਨਾ ਸਾਜ਼ਿਸ਼ ਨਾਲ ਸਾਨੂੰ ਸਾਡੀਆਂ ਜੜ੍ਹਾਂ ਪੁੱਟ ਕੇ ਨਾ ਧਰਤੀ ਤੋਂ ਸਾਨੂੰ ਗਮਲੇ ਦਾ ਫੁੱਲ ਬਣਾਇਆ ਜਾ ਰਿਹਾ ਹੈ। ਤੇ ਧਰਤੀ ਦਾ ਪੁੱਤਰ ਹੁੰਦਾ ਘਾਹ, ਤੇ ਘਾਹ ਨੂੰ ਤੁਸੀਂ ਮਤਲਬ ਇਹ ਵੇਖੋ ਨਾ, ਅਸੀਂ ਜੱਟ ਲੋਕ ਸਾਰੀ ਉਮਰ ਘਾਹ ਮੁਕਾਉਂਦੇ ਮਰ ਗਏ। ਘਾਹ ਨੂੰ ਕਦੀ ਕਿਸੇ ਖਾਦ ਨਹੀਂ ਪਾਈ, ਲੇਕਿਨ ਉਹਦੇ ਬਾਵਜੂਦ ਵੀ ਅਸੀਂ ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਉਹਨੂੰ, ਹਾਂਜੀ, ਮੁੱਢੋਂ ਪੁੱਟ ਕੇ ਡੂੰਗੀ ਹੱਲ ਲਾ ਕੇ ਤੇ ਪੁੱਟ ਕੇ ਤੇ ਜਨਾਬ ਬਾਹਰ ਬੰਨਿਆਂ ਤੇ ਸੁੱਟਣੇ ਆ। ਫਿਰ ਏਲੋ ਨੂੰ ਆਪਣੇ ਆਲਣੇ 'ਚ ਲੈ ਜਾਂਦੀ ਏ। ਫਿਰ ਜਦੋਂ ਸਾਉਣ ਭਾਦਰੋਂ ਦੀਆਂ ਵਾਛੜਾਂ ਪੈਂਦੀਆਂ ਨੇ, ਠੰਡੀਆਂ ਹਵਾਵਾਂ ਤੇ ਝੱਖੜ ਝੁਲਦੇ ਨੇ, ਉਹ ਘਾਹ ਧਰਤੀ ਦੇ ਡਿੱਗ ਕੇ ਧਰਤੀ ਦੇ ਵਿੱਚ ਪਾਣੀ ਦੀ ਵਜ੍ਹਾ ਨਾਲ ਨਮੀ ਆਈ ਹੁੰਦੀ ਹੈ, ਉਹਦੇ ਸੀਨੇ ਲੱਗ ਕੇ ਫਿਰ ਹਰਾ ਹੋ ਜਾਂਦਾ, ਫਿਰ ਹਰਾ ਹੋ ਜਾਂਦਾ। ਤੋ ਗੱਲ ਇਹ ਹੈ ਕਿ ਸਾਨੂੰ ਵੀ ਕੋਈ ਸਿਖਾਇਆ ਨਹੀਂ ਗਿਆ। ਸਾਡੀ ਧਰਤੀ, ਸਾਡੀ ਜ਼ੁਬਾਨ, ਸਾਡੀ ਧਰਤੀ ਨਾਲ ਜੁੜੇ ਹੋਏ ਮਸਲੇ ਸਾਨੂੰ ਸਿਖਾਣੇ ਸਨ, ਸਾਡੀ ਜ਼ੁਬਾਨ ਨਾਲ ਜੁੜੀਆਂ ਹੋਈਆਂ ਗੱਲਾਂ ਸਾਨੂੰ ਸੁਣਾਉਣੀਆਂ ਸਨ। ਫੇਰ ਤੇ ਅਸੀਂ ਧਰਤੀ ਦੇ ਪੁੱਤਰ ਹੀ ਖਵਾਉਂਦੇ, ਸਾਨੂੰ ਸਗਵਾਂ ਗਮਲੇ ਦੇ ਫੁੱਲਾਂ ਦੀ ਤਰ੍ਹਾਂ ਰੱਖ ਦਿੱਤਾ, ਕਰ ਦਿੱਤਾ ਗਿਆ। ਜਿਹਨੂੰ 2 ਦਿਨ ਪਾਣੀ ਨਾ ਪਾਓ, ਤੀਜੇ ਦਿਨ ਕਿਸੇ ਬਾਲ ਦਾ ਕੋ ਖੇਡਦਿਆਂ ਕੋ ਟੌਲਾ ਜਿਹਾ ਵੱਜਦਾ, ਜਾਂ ਕ੍ਰਿਕਟ ਦਾ ਉਹ ਬੱਲਾ ਜਿਹਾ ਜਾਂ ਠੁੱਡਾ ਵੱਜਦਾ, ਤੇ ਮੂਧਾ ਹੋ ਜਾਂਦਾ, ਤੋ ਲੱਕੋ ਟੁੱਟ ਜਾਂਦਾ ਹੈ। ਇਸ ਤਰ੍ਹਾਂ ਤੋ ਜਿੰਨਾ ਚਿਰ ਵੇਖੋ ਜੀ ਤੁਸੀਂ ਅਦਬ ਨਾ ਸਿੱਖੋਗੇ, ਉਹਨਾਂ ਚਿਰ ਤੁਹਾਨੂੰ ਮੰਜ਼ਿਲ ਨਹੀਂ ਮਿਲ ਸਕਦੀ। ਔਰ ਅੱਲਾ ਦੇ ਘਰ 'ਚ ਵੀ ਤੁਹਾਡੀ ਜਿਹੜੀ ਹੈ ਨਾ ਰਸਾਈ ਜਾਂ ਪਹੁੰਚ ਜਾਂ ਤੁਹਾਡੀ ਕਬੂਲੀਅਤ, ਉਹ ਉਸੇ ਸੂਰਤ 'ਚ ਹੋ ਸਕਦੀ ਹੈ ਕਿ ਤੁਸੀਂ ਅਦਬ ਪੂਰਾ ਸਿੱਖਿਆ ਹੋਇਆ। ਲਓ ਜੀ ਪਿਆਰਿਓ, ਸਾਡੇ ਵੀਰ ਡਾਕਟਰ ਅਬਦੁਲ ਰਊਫ ਸਾਦਕ ਸਾਹਿਬ ਨੇ ਬਹੁਤ ਹੀ ਮੱਤ ਭਰਿਆ ਅਖਾਣ ਭਿਜਵਾਇਆ। ਇੱਕ ਉਹਨਾਂ ਨੇ ਸਵਾਲ ਵੀ ਪੁੱਛਿਆ ਕਿ ਵਾਟ ਕਵਾਟ ਇਹਦਾ ਕੀ ਮਤਲਬ ਹੈ। ਬਾਜਵਾ ਸਾਹਿਬ ਨੇ ਬੜਾ ਪਿਆਰਾ ਉਹਦਾ ਵੀ ਦੱਸਿਆ ਸਾਨੂੰ, ਤੇ ਅਖਾਣ ਦਾ ਵੀ ਬਾਜਵਾ ਸਾਹਿਬ ਬੜਾ ਹੀ ਸੋਹਣਾ ਤਰਜਮਾ ਕੀਤਾ। ਗੁਜ਼ਾਰਿਸ਼ ਇਹ ਵੇ ਕਿ ਮਕਸੂਦ ਅਜਿਹੀ ਚੀਜ਼ ਹੁੰਦੀ ਹੈ ਜਿਹਨੂੰ ਅਸੀਂ ਹਾਸਲ ਕਰਨਾ ਚਾਹੁੰਦੇ ਹੋਈਏ, ਹਾਂਜੀ, ਉਹ ਵੇਖੋ ਨਾ ਬੇਅਦਬਾਂ ਨੂੰ ਹਾਸਲ ਨਹੀਂ ਹੋ ਸਕਦਾ। ਏਡੀ ਸਿਆਣਿਆਂ ਇੱਕ ਮਿੱਥ ਛੱਡੀ ਹੈ, ਗੱਲ ਇੱਕ ਟੀਚਾ ਬਣਾ ਛੱਡਿਆ ਕਿ ਮਕਸੂਦ ਹਾਸਲ ਵੀ ਜਿਹਨੇ ਕਰਨਾ ਨਾ ਜੀ, ਆਪਣੀ ਮੁਰਾਦ ਨੂੰ ਜਿਹੜਾ ਪਹੁੰਚਣਾ ਚਾਹੁੰਦਾ ਹੈ, ਉਹਨੂੰ ਅਦਬ ਜਿਹੜਾ ਨਾ ਇਹਦੇ ਜ਼ੀਨੇ ਤੋਂ ਪਹਿਲੀ ਪੌੜੀ ਤੇ ਪੈਰ ਧਰਨਾ ਪਏਗਾ। ਅਦਬ ਤੋਂ ਬਗੈਰ ਵੇਖੋ ਨਾ ਤੁਸੀਂ ਕਿਸੇ ਦੇ ਕਰੀਬ ਨਹੀਂ ਹੋ ਸਕਦੇ, ਕਿਸੇ ਦੀ ਬਾਰਗਾਹ 'ਚ ਤੁਹਾਡੀ ਰਸਾਈ ਨਹੀਂ ਹੋ ਸਕਦੀ। ਬੇਅਦਬ ਨੂੰ ਕੌਣ ਬੈਠਣ ਦਿੰਦਾ ਕੋਲ। ਔਰ ਅਰਬੀ ਦਾ ਤੇ ਇੱਕ ਮਕੂਲਾ ਹੈ ਕਿ ਦੀਨ ਯਾਨੀ ਦੀਨ ਦਾ ਇਲਮ, ਇਹ ਸਾਰਾ ਹੈ ਹੀ ਅਦਬ ਦੇ ਵਿੱਚ। ਜਿਸ ਨੇ ਅਦਬ ਨਹੀਂ, ਦੀਨ ਜਿਹੜਾ ਨਾ ਜਾਂ ਇਲਮ ਕੋਈ ਵੀ ਹੈ ਪਿਆਰਿਓ, ਉਹ ਕਿਤਾਬਾਂ 'ਚ ਵੀ ਹੈ, ਠੀਕ ਹੈ, ਮੁਖਤਲਿਫ ਜ਼ਰਾਏ ਨੇ ਅਸੀਂ ਨੌਲੇਜ ਆਗਹੀ ਹਾਸਲ ਕਰਨੇ ਆ, ਲੇਕਿਨ ਅੱਜ ਤੱਕ ਸਾਡੇ ਸੂਝਵਾਨਾਂ ਨੇ ਜਿਹੜਾ ਸਭ ਤੋਂ ਵੱਡਾ ਰਿਸੋਰਸ ਦੱਸਿਆ ਨਾ ਜੀ ਇਲਮ ਹਾਸਲ ਕਰਨ ਦਾ, ਉਹ ਅਦਬ ਨੂੰ ਹੀ ਮਿੱਥਿਆ। ਬੇਅਦਬਾਂ ਨੂੰ ਇਲਮ ਵੀ ਨਹੀਂ ਆ ਸਕਦਾ, ਨਾ ਕਿਸੇ ਦੀ ਬਾਰਗਾਹ 'ਚ ਉਹਨਾਂ ਦੀ ਰਸਾਈ ਹੋ ਸਕਦੀ ਹੈ, ਨਾ ਉਹ ਆਪਣੀ ਮੰਜ਼ਿਲ ਮੁਰਾਦ ਤੱਕ ਅੱਪੜ ਸਕਦੇ ਨੇ। ਬਾਜਵਾ ਸਾਹਿਬ ਸਾਡੇ ਇੱਕ ਬੜੇ ਪਿਆਰੇ ਦੋਸਤ ਨੇ, ਸਾਡੇ ਜਨਾਬ ਪੱਕੇ ਵੇਖਣ ਵਾਲੇ ਨੇ, ਮੁਲਤਾਨ ਸ਼ਰੀਫ 'ਚ ਰਹਿੰਦੇ, ਹਾਜੀ ਗੁਲਾਮ ਮੁਸਤਫਾ ਉਹਨਾਂ ਦਾ ਨਾਂ ਹੈ। ਉਹਨਾਂ ਜਨਾਬ ਇੱਕ ਤੇ ਸਵਾਲ ਇਹ ਪੁੱਛਿਆ ਕਿ
ਵਿਸਬੇ, ਹਾਂਜੀ ਇਹਦਾ ਕੀ ਤਰਜਮਾ ਹੈ? 20 ਜਿਹੜਾ ਨਾ 20 ਪੁਰਾਣੇ ਜ਼ਮਾਨੇ 'ਚ ਜਿਹੜਾ ਗਿਣਨ ਦਾ ਜਾਂ ਕਿਸੇ ਪੈਸੇ ਗਿਣਨ ਦਾ ਨਾ ਇੱਕ ਤਰੀਕਾ ਸੀ, ਜੀ। ਉਹ 20 'ਚ ਗਿਣਦੇ ਸਨ। ਆ ਬਿਲਕੁਲ। ਹਾਂਜੀ, ਮੱਝ ਲੈਣੀ ਤੇ ਮੈਂ ਇੰਨੀਆਂ 20 ਦੀ ਲਈ ਹੈ, ਹਾਂ ਹਾਂਜੀ ਫਲਾਣੀ ਸ਼ਾਇਦ ਦਿਓਗੇ, ਕਿੰਨੀਆਂ 20 ਦੀ ਦਿਓਗੇ, ਹਾਂ ਤੋ 5 20 ਦਾ 100 ਬਣਦਾ ਸੀ। ਹਾਂ ਤੋ 20 ਦਾ ਮਤਲਬ ਇਹ ਹੈ ਕਿ ਇੱਕ ਯਾਨੀ ਮਿੱਠੀ ਹੋਈ ਮਿਕਦਾਰ ਜਿਹੜੀ ਸਰਟੀਫਾਈਡ ਹੈ, ਜੀ। ਤਸਦੀਕ ਸ਼ੁਦਾ ਹੈ, ਹਾਂਜੀ 20 ਵਿਸਬੇ ਇਹ ਗੱਲ ਹੈ, ਯਾਨੀ 100% ਇਹ ਗੱਲ ਸੱਚੀ ਹੈ। ਵਾਹ ਵਾਹ, ਹਾਂਜੀ ਵਾਹ। ਜਦੋਂ ਤੁਹਾਡਾ ਕਿਸੇ ਗੱਲ ਕਰਨ ਲੱਗਿਆ ਪੂਰਾ ਧਿਆਨ ਹੋਏ ਨਾ ਹਾਂ। ਵੀ ਕਿਸੇ ਗੱਲ ਦਾ ਜਵਾਬ ਦੇਣ ਲੱਗੋ ਤਾਂ ਉਹਨੂੰ ਆਖੋ ਕਿ 20 ਵਿਸਬੇ ਇਹੋ ਹੀ ਗੱਲ ਹੈ ਜਿਹੜੀ ਮੈਂ ਪਿਆ ਕਰਨਾ। ਹਾਂ ਹਾਂਜੀ ਹਾਂ। ਇਹਦਾ ਮਤਲਬ ਹੁੰਦਾ ਹੈ ਕਿ 100% ਸੱਚੀ ਗੱਲ ਮੈਂ ਕਰ ਰਿਹਾ। ਤੇ ਬਾਈਵਾ ਸਾਹਿਬ ਹਾਜੀ ਗੁਲਾਮ ਮੁਸਤਫਾ ਹੂੰ। ਜਿਹੜੇ ਨੇ, ਉਹਨਾਂ ਇੱਕ ਨਾ ਅਖਾਨ ਵੀ ਭੇਜਿਆ। ਜੀ ਜੀ ਉਹ ਇਹ ਵੇ ਜੀ ਕਿ ਪੁਰਾਣੀ ਰੂੜੀ ਕੋ ਹਾਂਜੀ ਸ਼ਾਲਾ ਭਾ ਨਾ ਲੱਗੇ। ਹਾਂਜੀ, ਪੁਰਾਣੀ ਰੂੜੀ ਜਿਹੜੀ ਹੈ ਨਾ ਜੀ, ਉਹਦਾ ਜਿਹੜਾ ਨਾ ਉਹ ਪੁਰਾਣਾ ਗਰਗੇ ਹੀ ਹੁੰਦੀ ਏ। ਜੀ ਜੀ। ਇੱਕ ਤੇ ਉਹ ਬੜੀ ਆਲਾ ਹੁੰਦੀ ਹੈ, ਪੈਲੀਆਂ 'ਚ ਪਾਉਣ ਲਈ ਵੀ ਠੀਕ, ਚੰਗੀ ਹੁੰਦੀ ਹੈ। ਠੀਕ ਠੀਕ। ਅੱਛਾ, ਦੂਜੀ ਉਹ ਵੇ ਕਿ ਉਹ ਬਿਲਕੁਲ ਨਾ ਤੁਸੀਂ ਸਮਝ ਲਏ ਕਿ ਅਗਰ ਉਹਨੂੰ ਅੱਗ ਲੱਗ ਜੇ, ਬਾਹ ਆਂਦੇ ਨੇ ਅੱਗ ਨੂੰ। ਹਾਂ ਪੁਰਾਣੀ ਰੂੜੀ ਕੂੰ ਦਾ ਮਤਲਬ ਹੈ ਨੂੰ, ਹਾਂਜੀ ਸ਼ਾਲਾ ਖੁਦਾ ਨਾ ਕਰੇ, ਹਾਂ ਹਾਂਜੀ ਬਾਹ ਮੈਂ ਨਾ ਅੱਗ ਨਾ ਲੱਗੇ, ਪਈ ਅੱਗ ਨਾ ਲੱਗ ਜਾਏ। ਜੀ ਜੀ। ਕਿ ਅਗਰ ਪੁਰਾਣੀ ਰੂੜੀ ਨੂੰ ਕਿਤੇ ਅੱਗ ਲੱਗ ਜਾਏ ਤੇ ਫੇਰ ਕਿਤੇ ਹਨੇਰੀ ਛੁੱਟ ਪਏ, ਇੱਕ ਤੇ ਉਹ ਚੂਕੇ ਬਹੁਤ ਜ਼ਿਆਦਾ ਬਰੀਕ ਹੋ ਗਈ ਹੁੰਦੀ ਹੈ, ਉਹਨੇ ਫਿਰ ਉੱਡ ਉੱਡ ਕੇ ਨਾ ਜਾ ਕੇ ਤੇ ਸੱਜੇ ਖੱਬੇ ਵੀ ਅੱਗ ਲਾਣੀ ਹੈ। ਹਾਂ ਹਾਂਜੀ, ਦੂਜਾ ਇਹ ਵੇ ਕਿ ਉਹ ਜਿਹੜੀ ਅੱਗ ਹੈ ਉਹਦੇ ਨਾਲ ਉਹਨੂੰ ਛੇਤੀ ਬੁਝਾਇਆ ਨਹੀਂ ਜਾ ਸਕਦਾ। ਅੱਛਾ। ਹਾਂਜੀ, ਤੇ ਜਿਹੜੀ ਮਤਲਬ ਦੂਜੀ ਆਮ ਰੂੜੀ ਉਹਦੇ ਚ ਹੋਰ ਵੀ ਹੁੰਦੀਆਂ ਚੀਜ਼ਾਂ, ਕੋਈ ਗਿੱਲੀ ਵੀ ਹੋ ਸਕਦੀ ਹੈ, ਗੋਬਰ ਗੋਇਆ ਸ਼ੋਇਆ ਵਿੱਚ ਗਿੱਲਾ, ਜੇ ਉਹ ਪੁਰਾਣੀ ਤੇ ਸੁੱਕੀ ਹੁੰਦੀ ਹੈ ਨਾ, ਤਾਂ ਸੁੱਕੀ ਜਿਹੜੀ ਹੈ ਉਹ ਮੱਚਦੀ ਬੜੀ ਹੈ, ਤੇ ਜੇ ਕਿਤੇ ਉੱਤੋਂ ਹਨੇਰੀ ਆ ਜਾਏ ਤਾਂ ਉਹਨੇ ਤੇ ਪੂਰੇ ਜੂ ਨੂੰ ਅੱਗ ਲਾ ਦੇਣੀ। ਅੱਗ ਲਾ ਦੇਣੀ। ਹਾਂਜੀ ਹਾਂਜੀ, ਇਸ ਵਾਸਤੇ ਆਂਦੇ ਨੇ ਕਿ ਪੁਰਾਣੀ ਰੂੜੀ ਕੋ ਸ਼ਾਲਾ ਭਾ ਨਾ ਲੱਗੇ, ਕਿ ਕਿਤੇ ਅੱਲਾ ਕਰੇ ਅੱਗ ਨਾ ਲੱਗੇ। ਲਓ ਜੀ ਪਿਆਰਿਓ, ਹਾਜੀ ਗੁਲਾਮ ਮੁਸਤਫਾ ਸਾਹਿਬ ਨੇ ਸਵਾਲ ਪੁੱਛਿਆ ਸੀ ਕਿ 20 ਵਿਸਬੇ ਇਹਦਾ ਕੀ ਮਤਲਬ ਹੈ। ਬਾਈਵਾ ਸਾਹਿਬ ਦੱਸਿਆ ਵੀ ਇਹਦਾ ਮਤਲਬ ਹੁੰਦਾ ਵੀ 100%, ਯਾਨੀ ਬਿਲਕੁਲ ਐਕੂਰੇਟ ਗੱਲ ਮੈਂ ਪਿਆ ਇਹ ਕਰਨਾ। ਜਦੋਂ ਅਸੀਂ ਆਖਦੇ ਆ ਨਾ ਵੀ ਮੈਂ ਇਹ ਗੱਲ ਜਿਹੜੀ ਹੈ ਇਹ 20 ਵਿਸਬੇ ਕਰਨਾ ਪਿਆ, ਯਾਨੀ ਇਹਦੇ 'ਚ ਕੋਈ ਸ਼ੱਕ ਸ਼ੁਬਾ ਹੀ ਨਹੀਂ, 100% ਮੁਸੱਦਕਾ ਗੱਲ ਹੈ। ਦੂਸਰਾ, ਉਹਨਾਂ ਅਖਾਨ ਭਿਜਵਾਇਆ ਸੀ, ਪੁਰਾਣੀ ਰੂੜੀ ਕੋ ਸ਼ਾਲਾ ਭਾ ਨਾ ਲੱਗੇ, ਤੇ ਉਹਦਾ ਦੱਸਿਆ ਬਾਜਵਾ ਸਾਹਿਬ ਨੇ ਸਰਾਇਕੀ ਅੰਗ ਦੇ ਵਿੱਚ। ਇਹ ਪੰਜਾਬੀ ਦਾ ਬੜਾ ਪਿਆਰਾ ਅਖਾਨ ਹੈ। ਇਹਦਾ ਇਹ ਬਾਜਵਾ ਸਾਹਿਬ ਦੱਸਿਆ ਕਿ ਇੱਕ ਤੇ ਚੂੰਕਿ ਪੁਰਾਣੀ ਰੂੜੀ ਜਿਹੜੀ ਹੈ ਨਾ ਉਹ ਗਲ ਗਈ ਹੁੰਦੀ ਹੈ ਬੜੀ ਜ਼ਿਆਦਾ, ਕਾਫੀ ਦੇਰ ਦੀ ਜੋ ਇੱਕ ਥਾਂ ਪਈ ਹੁੰਦੀ ਹੈ, ਉਹ ਬਹੁਤ ਆਲਾ ਦਰਜੇ ਦੀ ਖਾਦ ਹੁੰਦੀ ਹੈ। ਬਾਜਵਾ ਸਾਹਿਬ ਕਹਿੰਦੇ ਨੇ ਜੀ ਉਹਨੂੰ ਜੋ ਅੱਗ ਲੱਗ ਜਾਏ ਤਾਂ ਜ਼ਿਮੀਂਦਾਰ ਦਾ ਇਸ ਗੱਲੋਂ ਵੀ ਬੜਾ ਨੁਕਸਾਨ ਹੋ ਜਾਂਦਾ ਹੈ ਕਿ ਬਹੁਤ ਆਲਾ ਇੱਕ ਖਾਦ ਤਿਆਰ ਉਹਦੇ ਕੋਲ ਜਿਹੜੀ ਮੌਜੂਦ ਸੀ, ਉਹਦੇ ਤੋਂ ਉਹ ਵਾਂਝਿਆ ਗਿਆ, ਉਹਨੂੰ ਹੱਥ ਧੋਣੇ ਪੈ ਗਏ। ਦੂਜਾ, ਫਿਰ ਉਹਦੀ ਅੱਗ ਬੁਝਦੀ ਨਹੀਂ, ਬੜੀ ਮੱਚਦੀ ਹੈ। ਤੀਸਰਾ, ਬਾਜਵਾ ਸਾਹਿਬ ਬੜੀ ਸੋਹਣੀ ਵੇਖੋ ਗੱਲ ਦੱਸੀ ਭਈ ਉਹ ਜਿੰਨਾ ਫਿਰ ਉਹ ਹਵਾ ਦੇ ਨਾਲ ਫੈਲਦੀ ਹੈ ਨਾ ਜੀ, ਉਹ ਸਾਰੇ ਇਲਾਕੇ 'ਚ ਅੱਗ ਲਾ ਦਿੰਦੀ ਹੈ। ਜਿਵੇਂ ਜੰਗਲ ਦੀ ਅੱਗ ਨਹੀਂ ਫੈਲ ਜਾਂਦੀ ਤੇ ਉਹਦੇ ਤੇ ਕਾਬੂ ਪਾਉਣਾ ਫਿਰ ਮੁਸ਼ਕਿਲ ਹੋ ਜਾਂਦਾ। ਆਲੇ ਦੁਆਲੇ ਦੀਆਂ ਫਸਲਾਂ, ਕੋਈ ਪੱਕੀਆਂ ਫਸਲਾਂ, ਕੋਈ ਕਿਤੇ ਢੇਰ ਲਾਏ ਹੁੰਦੇ ਨੇ ਪਰਾਲੀ ਤੂੜੀ ਦੇ ਜ਼ਿਮੀਂਦਾਰਾਂ, ਉਹ ਹਰ ਸ਼ੈ ਜਲਨ ਦਾ ਖਦਸ਼ਾ ਪੈਦਾ ਹੋ ਜਾਂਦਾ। ਇਸ ਵਾਸਤੇ ਜ਼ਿਮੀਂਦਾਰ ਸਾਡੇ ਭਰਾ ਦੁਆ ਮੰਗਦੇ ਨੇ ਕਿ ਜਿਹੜੀ ਪੁਰਾਣੀ ਰੂੜੀ ਅਸਾਂ ਸਾਂਭੀ ਹੈ, ਸਾਂਭੀ ਤੇ ਉਹਨਾਂ ਹੁੰਦੀ ਹੈ ਵੀ ਕਿਸੇ ਵੇਲੇ ਅਸੀਂ ਪੈਲੀਆਂ 'ਚ ਪਾ ਲਾਂਗੇ ਤੇ ਉਹਨੂੰ ਭਾ ਨਾ ਲੱਗੇ, ਯਾਨੀ ਅੱਗ ਨਾ ਲੱਗ ਜਾਏ। ਸਾਡੇ ਲੰਘਦੇ ਬੰਦੇ ਸਿਗਰਟ ਪੀਂਦੇ, ਕੋਈ ਸਿਗਰਟ ਸੁੱਟ ਛੱਡਦਾ। ਪਿਆਰਿਓ, ਬੜੀ ਦਫਾ ਇਸ ਤਰ੍ਹਾਂ ਹੋਇਆ ਕਿ ਸਿਗਰਟ ਇੱਕ ਕਿਸੇ ਨੇ ਸੱਟਿਆ ਔਰ ਉਹਦੇ ਨਾਲ ਫਿਰ 500 ਕਿੱਲੇ ਪੱਕੀ ਫਸਲ ਜਲ ਗਈ ਹੈ, ਥੋੜੀ ਜੀ ਗਫਲਤ ਦੇ ਨਾਲ। ਸਾਨੂੰ ਵੀ ਇਹਤਿਆਤ ਕਰਨੀ ਚਾਹੀਦੀ ਹੈ। ਬਾਜਵਾ ਸਾਹਿਬ ਸਰਦਾਰ ਲਛਮਣ ਸਿੰਘ ਸਾਡੇ ਬੜੇ ਪਿਆਰੇ ਵੀਰ ਨੇ, ਸਾਡੇ ਪੱਕੇ ਜਨਾਬ ਦਰਸ਼ਕ ਨੇ, ਉਹਨਾਂ ਅਖਾਨ ਭੇਜਿਆ ਵੀ ਕਈ ਪਰਾਏ ਹੱਥੀਂ ਸੋਹਣੀ ਲੱਗਦੀ। ਇੱਥੇ ਉਹ ਜਿਹੜਾ ਨਾ ਜਿਹੜੇ ਕੁਝ ਤੇ ਲੋਕ ਹੁੰਦੇ ਨੇ ਜਿਹੜੇ ਬੜੇ ਕੰਮ ਦੇ ਕਰੂ ਹੁੰਦੇ ਨੇ ਜੀ, ਉਹ ਕੋਈ ਵੀ ਕੰਮ ਜਿਹੜਾ ਖੇਤਰਾਂ ਦੇ ਵਿੱਚ ਪੈਲੀਆਂ 'ਚ ਕਰਨਾ ਹੋਵੇ ਤੇ ਉਹ ਜੋ ਕੋਈ ਖਾਲ ਕੱਢਣਾ, ਕੋਈ ਬੰਨਾ ਕੱਢਣਾ ਜੀ, ਹਾਂਜੀ, ਤੇ ਉਹ ਕਈ ਫੜ ਕੇ ਤੇ ਧਾਵੇ ਹੋ ਕੇ ਤੇ ਪੂਰਾ ਉਦਮ ਕਰਕੇ ਨਾ ਤੇ ਜਾ ਪੈਂਦੇ ਨੇ ਤੇ ਆਪਣਾ ਕੰਮ ਕਰਦੇ ਨੇ। ਵਾਹ।
ਤੇ ਕੁਝ ਜਿਹੜੇ ਹੁੰਦੇ ਨੇ ਨਾ ਮਖੱਟੂ ਨਖੱਟੂ ਜਾਂ ਆਲਸ ਦੇ ਮਰੇ ਹੋਏ, ਉਹ ਫਿਰ ਆਂਦੇ ਨੇ ਅੱਛਾ ਯਾਰ ਤੈਨੂੰ ਵਾਵਾ ਜਾਚ ਯਾਰ, ਹਾਂ ਹਾਂਜੀ ਆ ਤੂੰ ਬੰਨਾ ਬੜਾ ਸੋਹਣਾ ਛਾਂਗਿਆ ਬਾਈ, ਆਹਾ ਇਹ ਤੂੰ ਖਾਲ ਬੜਾ ਸੋਹਣਾ ਕੱਢਿਆ ਯਾਰ, ਮੈਨੂੰ ਤੇ ਜਾਚ ਹੀ ਨਹੀਂ। ਹਾਂ। ਮਤਲਬ ਇਹ ਵੀ ਇਹ ਕਈ ਵਾਲਾ ਜਾਂ ਬੇ ਹੀ ਕਰੇ, ਹਾਂ ਹਾਂਜੀ, ਤੇ ਉਹਨੂੰ ਆਖਣਾ ਤੂੰ ਬੜਾ ਸੋਹਣਾ ਵੇ ਜਾਂ ਖਾਲ ਕੱਢ ਲੈਣਾ, ਤੂੰ ਆ ਕਮਾਲ ਦਾ ਬੰਨਾ ਬਣਾਤਾ ਯਾਰ, ਮੈਨੂੰ ਤੇ ਇਹੋ ਜਿਹਾ ਚੱਜ ਹੀ ਹੈ ਨਹੀਂ। ਤੇ ਵਾਹ, ਵਾਹ। ਮਤਲਬ ਇਹ ਵੀ ਇਹ ਜਪਦਾ ਰਹੇ, ਕਈ ਵਾਹ। ਚਲਾਉਂਦਾ ਰਹੇ ਤੇ ਮੈਂ ਬੰਨੇ ਤੇ ਖਲੋ ਕੇ ਤੇ ਮੱਤਾਂ ਦਿੰਦਾ ਰਹਾ, ਵਾਹ ਹਾਂਜੀ। ਤੋ ਜਿਹੜੇ ਬੰਦੇ ਹੁੰਦੇ ਨੇ ਨਾ ਆਪ ਕੰਮ ਕਰਨ ਦੇ ਕਮਕੋਸ, ਜਿਹਨੂੰ ਪੰਜਾਬੀ ਚਾਹੁੰਦੇ ਹਾਂ ਜੀ। ਹਾਂਜੀ, ਕਿ ਕਮਕੋਸ ਕਿਸਮ ਦੇ ਵੀ ਉਹਨਾਂ ਨੂੰ ਕੰਮ ਕਰਨਿਆਂ ਮੌਤ ਪੈਂਦੀ ਹੈ, ਉਹਨਾਂ ਫਿਰ ਜਨਾਬ ਦੂਜਿਆਂ ਨੂੰ ਗੋਰਿਆ ਬੱਲਿਆ ਕਰਕੇ ਨਾ ਤੇ ਉਹਨਾਂ ਨੂੰ ਆਖਣਾ ਤੂੰ ਬੜਾ ਸੋਹਣਾ ਕੰਮ ਕਰਨਾ ਯਾਰ, ਤੂੰ ਹੀ ਕਰੀ ਜਾ, ਹਾਂਜੀ। ਮੇਰੇ ਕੋ ਤੇਰੇ ਵਰਗੀ ਕਈ ਯਾਰ ਵੱਜਦੀ ਨਹੀਂ, ਆਏ ਉਹ ਇਸ ਤਰ੍ਹਾਂ ਦੀਆਂ ਰਾਮ ਕਹਾਣੀਆਂ ਸੁਣਾ ਕੇ ਤੂੰ ਵੇਲਾ ਪਾ ਲੈਂਦੇ ਨੇ। ਲੋ ਜੀ, ਸਾਡੇ ਵੀਰ ਸਰਦਾਰ ਲਛਮਣ ਸਿੰਘ ਹੋਰੀ, ਵੇਖੋ ਤੁਸੀਂ ਸਰਦਾਰ ਹੋਰਾਂ ਨੂੰ ਅਸੀਂ ਆਨੇ ਆ ਸਰਦਾਰ ਸਾਡੇ ਜਿਹੜੇ ਨੇ ਬੜੀ ਭੋਲੀ ਜੀ ਕੌਮ ਹੁੰਦੀ ਹੈ, ਲੇਕਿਨ ਸਰਦਾਰ ਹੋਰਾਂ ਵੇਖੋ ਕਿੱਡਾ ਜ਼ਬਰਦਸਤ ਖਾਨ ਭਿਜਵਾਇਆ ਹੈ ਵੀ ਕਈ ਪਰਾਏ ਹੱਥੀ ਹੋਈ ਚੰਗੀ ਲੱਗਦੀ ਹੈ। ਪਿਆਰਿਓ ਤੁਸੀਂ ਵੇਖੋ ਨਾ ਕਿ ਮਿਹਨਤ ਮੁਸ਼ੱਕਤ ਵਾਲਾ ਕੰਮ ਜਿਹੜਾ ਨਾ ਸਰਦਾਰ ਹੋਰੀ ਆਖਦੇ ਨੇ ਉਹ ਆਪ ਨਹੀਂ ਕਰਨਾ ਚਾਹੀਦਾ। ਬਾਜਵਾ ਸਾਹਿਬ ਬੜਾ ਸੋਹਣਾ ਦੱਸਿਆ ਵੀ ਜਿਹੜੇ ਕੰਮ ਕੋਸ ਹੁੰਦੇ ਨੇ ਜਾਂ ਥੋੜਾ ਜਿਹਾ ਇੰਜ ਕਹਿ ਲਓ ਕਿ ਕੰਮ ਚੋਰ ਹੁੰਦੇ ਨੇ, ਉਹਨਾਂ ਦਾ ਦਿਲ ਨਹੀਂ ਕਰਦਾ ਕਿ ਮੁਸ਼ੱਕਤ ਵਾਲਾ ਕੰਮ ਜਿਹਦੇ 'ਚ ਕੋਈ ਪਸੀਨਾ ਆਵੇ, ਚਾਰ ਮਤਲਬ ਟੱਪ ਮਾਰੇ, ਹਾਂ ਹਿੰਮਤ ਤਾਕਤ ਜਿਹਦੇ 'ਚ ਲੱਗੇ, ਅਜਿਹਾ ਕੰਮ ਤੋਂ ਜਿਹੜੇ ਸਾਡੇ ਵੀਰ ਦਿਲ ਚੁਰਾਉਂਦੇ ਨੇ, ਨਹੀਂ ਕਰਨਾ ਚਾਹੁੰਦੇ, ਉਹ ਆਂਦੇ ਨੇ ਯਾਰ ਇਹ ਤੇ ਕੋਈ ਹੋਰ ਹੀ ਕਰ ਲੈ ਤੇ ਮੇਰੀ ਚੁੰਡ ਛੁੱਟੀ ਰਵੇ, ਉਹ ਫਿਰ ਇਹ ਆਖਦੇ ਨੇ ਵੀ ਕਈ ਪਰਾਏ ਹੱਥੀਂ ਹੀ ਸੋਹਣੀ ਲੱਗਦੀ ਹੈ। ਆਪ ਮਿਹਨਤ ਵਾਲਾ ਕੰਮ ਕਰਨ ਤੋਂ ਦਿਲ ਚੁਰਾਣਾ। ਬਾਜਵਾ ਸਾਹਿਬ ਬਾਬਾ ਜੀ ਅਮਰਜੀਤ ਸਿੰਘ ਜੀ ਜੀ ਗੁਰਦਾਸਪੁਰੋਂ ਸਾਡੇ ਬੜੇ ਪਿਆਰੇ ਬੜੇ ਮੋਹਤਰਮ ਬਜ਼ੁਰਗ ਨੇ ਜੀ ਜੀ ਜੀ, ਉਹਨਾਂ ਜਨਾਬ ਖਾਨ ਭਿਜਵਾਇਆ ਕਿ ਬੇਰੀ ਬੇਰ ਤੇ ਕਣਕਾਂ ਢੇਰ। ਹਾਂਜੀ, ਇਹ ਦੱਸਿਆ ਗਿਆ ਕਿ ਜਿਸ ਸਾਲ ਵਿੱਚ ਬੇਰੀਆਂ ਨੂੰ ਬੇਰ ਚੰਗੇ ਲੱਗਣ ਨਾ, ਕਿਉਂਕਿ ਬੇਰ ਜਿਹੜੇ ਨੇ ਨਾ ਉਹ ਵਿਸਾਖੀ ਤੇ ਮੁੱਕ ਜਾਂਦੇ ਨੇ, ਵਿਸਾਖੀ ਤੋਂ ਪਹਿਲਾਂ ਜਿਹੜਾ ਨਾ ਬੇਰ ਮਤਲਬ ਇਹ ਕਿ ਲੱਗ ਕੇ ਪੱਕ ਕੇ ਤੇ ਤਿਆਰ ਹੋ ਜਾਂਦੇ ਨੇ ਜੀ। ਜਿਸ ਤਰ੍ਹਾਂ ਆਂਦੇ ਨੇ ਸਿਆਣੇ ਕਿ ਵਿਸਾਖੀ ਵਾਲੇ ਦਿਨ ਅੰਬਾਂ ਵਾਲਿਆਂ ਨੇ ਸੁੱਖਣਾ ਸੁੱਖੀ ਹੁੰਦੀ ਹੈ ਵੀ ਸਵਾ ਪੈਰ ਵਾਹ ਨਾ ਵੱਗੇ, ਇਸ ਵਾਸਤੇ ਵੀ ਉਹਨਾਂ ਨੂੰ ਸਵੇਰੇ ਸਵੇਰੇ ਉਸ ਟਾਈਮ ਦੇ ਵਿੱਚ ਬੂਰ ਖਲਾਉਂਦਾ ਹੈ ਉਹਦੇ ਤੇ ਉਹ ਅਗਰ ਬੂਰ ਪੈ ਜਾਏ ਤੇ ਉਹ ਝੜ ਜਾਏ ਤੇ ਉਹ ਖਰਾਬੀ ਹੁੰਦੀ ਹੈ ਨਾ। ਇਸ ਵਾਸਤੇ ਦੱਸਿਆ ਗਿਆ ਕਿ ਜਿਹੜੇ ਸੀਜ਼ਨ ਵਿੱਚ, ਕਿਉਂਕਿ ਬੇਰ ਪਹਿਲਾਂ ਪੱਕ ਕੇ ਤਿਆਰ ਹੋ ਜਾਂਦੇ ਨੇ ਕਣਕ ਤੋਂ, ਅਗਰ ਬੇਰੀਆਂ ਨੂੰ ਬੇਰ ਸਹੀ ਲੱਗੇ ਨੇ ਤੇ ਸਮਝ ਜਾਓ ਕਿ ਤੁਹਾਡੀ ਉਸ ਸਾਲ ਫਸਲ ਕਣਕ ਦੀ ਚੰਗੀ ਹੋਏਗੀ। ਹਾਂਜੀ, ਅੱਛਾ, ਇਹ ਇੱਕ ਮਿਸਾਲ ਦਿੱਤੀ ਗਈ ਹੈ ਕਿਉਂਕਿ ਬੇਰ ਪਹਿਲਾਂ ਲੱਗ ਜਾਂਦੇ ਨੇ ਨਾ, ਪੱਕ ਵੀ ਪਹਿਲਾਂ ਜਾਂਦੇ ਨੇ, ਕਿਉਂਕਿ ਵਿਸਾਖੀ ਦੀ ਕਣਕ ਪੱਕਦੀ ਹੈ ਤੇ ਵਿਸਾਖੀ ਤੱਕ ਬੇਰ ਜਿਹੜੇ ਨੇ ਤਕਰੀਬਨ ਮੁੱਕ ਜਾਂਦੇ ਨੇ। ਤੇ ਉਹ ਫਿਰ ਨਾ ਇਸ ਗੱਲ ਦੀ ਇੱਕ ਅਲਾਮਤ ਹੁੰਦੀ ਹੈ ਵੀ ਇਸ ਸਾਲ ਯਾਰ ਬੇਰੀਆਂ ਨੂੰ ਚੰਗੇ ਬੇਰ ਲੱਗੇ ਨੇ ਤੇ ਕਣਕ ਵੀ ਅੱਲਾ ਕੀਤਾ ਤੇ ਚੰਗੀ ਝਾੜ ਦਵੇਗੀ। ਲਓ ਜੀ ਪਿਆਰਿਓ, ਬੜਾ ਸੋਹਣਾ ਅਖਾਣ ਭੇਜਿਆ ਸਾਡੇ ਸਰਦਾਰ ਹੋਰਾਂ ਨੇ, ਬਾਬਾ ਜੀ ਅਮਰਜੀਤ ਸਿੰਘ ਹੋਰਾਂ ਗੁਰਦਾਸਪੁਰੋਂ। ਇਹ ਜਿਹੜਾ ਅਖਾਣ ਹੈ ਨਾ ਜੀ, ਬੇਰੀ ਬੇਰ ਤੇ ਕਣਕਾਂ ਢੇਰ, ਬਾਜਵਾ ਸਾਹਿਬ ਦੱਸਦੇ ਨੇ ਪਏ ਕਿ ਇਹ ਸਾਡੀ ਲੋਕ ਦਾਨਸ਼ ਦੇ ਜਿਹੜੇ ਕੁਛ ਟੀਚੇ ਨੇ ਨਾ ਜੀ ਸਾਡੇ ਦੇਸ਼ ਪੰਜਾਬ ਦੇ ਵਿੱਚ। ਵੇਖੋ ਨਾ, ਜਿਵੇਂ ਸਾਡੀ ਇੱਕ ਗੱਲ ਹੈ, ਸਾਡੀ ਲੋਕ ਦਾਨਸ਼ ਦੀ ਇੱਕ ਬਾਤ ਹੈ ਕਿ ਇੱਲਾਂ ਅਸਮਾਨ ਤੇ ਭੌਣ ਤੇ ਮੱਝਾਂ ਪਿੰਡ ਵਾਪਸ ਆਉਣ ਵੇਲੇ, ਜਿਸ ਵੇਲੇ ਪਿੰਡ ਵਾਪਸ ਪਰਤ ਕੇ ਆਉਂਦੀਆਂ ਹੋਣ ਬੇਲੇ ਚੋਂ ਚਰ ਛਰ ਕੇ, ਸਾਰੀ ਦਿਹਾੜੀ ਡੰਗਰ ਚਰਨ ਲਈ ਬਾਹਰ ਟੁਰ ਜਾਂਦੇ ਨੇ, ਤੇ ਜਦੋਂ ਸ਼ਾਮੀ ਪਿੰਡ ਆਪਣੀ ਹਵੇਲੀ ਵੱਲ ਵਾਪਸ ਆਉਂਦੇ ਹੋਣ ਤੇ ਉਸ ਵੇਲੇ ਮੱਝਾਂ ਤੇ ਕਟੀਆਂ ਭੂਤਣ, ਤੇ ਸਾਡੇ ਬਜ਼ੁਰਗ ਦੱਸਦੇ ਨੇ ਕਿ ਮੀਂਹ ਜ਼ਰੂਰ ਪੈਂਦਾ। ਯਾਨੀ ਕੋਈ ਚੀਜ਼ਾਂ ਐਸੀਆਂ ਹੁੰਦੀਆਂ ਨੇ, ਕੁਝ ਐਸੇ ਅਵਾਮਲ ਹੁੰਦੇ ਨੇ ਕਿ ਉਹਨਾਂ ਨੂੰ ਵੇਖ ਕੇ ਅਸੀਂ ਕੁਝ ਸ਼ਗੂਨ ਕਰਨੇ ਆ, ਅਸੀਂ ਕੋਈ ਨੇਕ ਜਾਂ ਬਦ ਸ਼ਗੂਨ ਸੋਚ ਲੈਂਦੇ ਆ ਕਿ ਯਾਰ ਹੁਣ ਇਹ ਹੋਇਆ ਨਾ ਤੇ ਹੁਣ ਇਹ ਹੋਏਗਾ। ਇਸ ਅਖਾਣ ਵਿੱਚ ਵੀ ਇਹ ਦੱਸਿਆ ਗਿਆ ਵੀ ਜਿਸ ਵਰੇ ਜਾਂ ਜਿਸ ਕਣਕ ਦੇ ਸੀਜ਼ਨ ਦੇ ਵਿੱਚ ਬੇਰੀਆਂ ਨੂੰ ਬੇਰ ਬਹੁਤ ਜ਼ਿਆਦਾ ਲੱਗਦੇ ਨੇ, ਕਿਉਂਕਿ ਉਹ ਬਾਜਵਾ ਸਾਹਿਬ ਦੱਸਿਆ ਪਹਿਲੇ ਲੱਗ ਜਾਂਦੇ ਨੇ ਤੇ ਉੱਥੋਂ ਫਿਰ ਮਿੱਥ ਲੈਂਦੇ ਨੇ, ਇੱਕ ਨੇਕ ਸ਼ਗੂਨ ਸਾਡੇ
ਵਾਹੀਵਾਨ ਜਿਹੜੇ ਨੇ ਉਹਨਾਂ ਦੇ ਜ਼ਿਹਨ 'ਚ ਆ ਜਾਂਦਾ ਕਿ ਐਤਕੀ ਅੱਲਾ ਚਾਹੇ ਤੇ ਕਣਕਾਂ ਵੀ ਵਧੇਰੀਆਂ ਹੋਣਗੀਆਂ, ਝਾੜ ਬੜਾ ਹੋਏਗਾ, ਫਸਲ ਸੋਹਣੀ ਰਹੇਗੀ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਟਾਈਮ ਹੁਣ ਮੁੱਕ ਗਿਆ। ਲਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ। ਓ ਚੱਲ